ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ਼, ਇਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਇ। ਨਾਨਕ ਹੁਕਮੈ ਜੀ ਬੁਝੈ, ਤਹੁ ਮੈਂ ਕਹੈ ਨ ਕੋਇ। ਨਾਨਕ ਹੁਕਮੈ ਜੀ ਬੁਝੈ, ਤਹੁ ਮੈਂ ਕਹੈ ਨ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਸਿੰਘਾਸਨ ਦੇ ਮਾਲਕ, ਮਨੁੱਖਤਾ ਦੇ ਸਾਂਝੇ ਰਹਿਬਰ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨ੍ਹਾਂ ਦੀ ਪਾਵਨ ਔਰ ਮੁਕੱਦਸ ਹਜ਼ੂਰੀ ਦੇ ਅੰਦਰ ਰੋਜ਼ਾਨਾ ਦੀ ਤਰ੍ਹਾਂ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਭਾਗਾਂ ਵਾਲੇ ਸਤਸੰਗੀ ਜਨੋ ਵਡਭਾਗੇ ਹਾਂ, ਜੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਮੁਬਾਰਕ ਹਜ਼ੂਰੀ ਦੇ ਅੰਦਰ ਜੁੜ ਕਰਕੇ ਗੁਰੂ ਸਵਾਰਿਆਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਦੇ ਨਾਲ ਸਾਂਝ ਬਣਾ ਰਹੇ ਸਾਂ। ਉਪਰੰਤ ਚੱਲ ਰਹੀ ਪਾਵਨ ਬਾਣੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਬਣਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਸ ਲੜੀ ਦੇ ਤਹਿਤ ਪਿਛਲੇਰੇ ਦੀਵਾਨਾਂ ਦੇ ਅੰਦਰ ਪਹਿਲੀ ਪਾਵਨ ਪੌੜੀ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਬਣਾਈ। ਅਗਲੇਰੀ ਦੂਜੀ ਪੌੜੀ ਜਿਸ ਦਾ ਪਾਠ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ, ਤਿਸ ਦੀ ਵਿਚਾਰ ਗੁਰੂ ਦਇਆ ਦੇ ਸਦਕਾ ਆਪ ਸੰਗਤਾਂ ਦੇ ਨਾਲ ਸਾਂਝ ਬਣਾਉਣੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ ਦੇ ਅੰਦਰ ਹਾਜ਼ਰੀ ਲਵਾਈਏ। ਬੜੇ ਪਿਆਰ ਅਤੇ ਅਦਬ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੱਲ ਦੀ ਮੁਬਾਰਕ ਪੌੜੀ ਦੀ ਵਿਚਾਰ ਕਰਦੇ ਹਾਂ। ਜਦੋਂ ਸਭ ਨੇ ਇਹ ਬਖਸ਼ਿਸ਼ ਰਹਿਮਤ ਸਾਡੇ ਉੱਤੇ ਕੀਤੀ ਹੈ ਵੀ ਸਚਿਆਰ ਕਿਵੇਂ ਹੋਇਆ ਜਾ ਸਕਦਾ ਹੈ, ਰੱਬ ਜੀ ਦੀਆਂ ਬਖਸ਼ਿਸ਼ਾਂ ਕਿਵੇਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਤੇ ਉਦੋਂ ਜਵਾਬ ਦਿੱਤਾ ਸਭ ਨੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਉਸ ਰਜ਼ਾ ਵਾਲੇ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਚੱਲ ਕੇ ਹੀ ਬਖਸ਼ਿਸ਼ ਪ੍ਰਾਪਤ ਹੋ ਸਕਦੀ ਹੈ, ਉਹਦੇ ਨਾਲ ਸਾਂਝ ਬਣ ਸਕਦੀ ਹੈ। ਹੁਣ ਸਵਾਲ ਇਹ ਬਣਦਾ ਹੈ, ਹੁਕਮ ਕੀ ਆ? ਹੁਕਮ ਦੇ ਵਿੱਚ ਚੱਲਣਾ ਤਾਂ ਜ਼ਰੂਰੀ ਹੈ, ਅਸਲ 'ਚ ਹੁਕਮ ਕਿਵੇਂ ਦਾ ਹੈ? ਰੱਬ ਜੀ ਦਾ ਹੁਕਮ ਕੀ ਹੈ? ਕਿਵੇਂ ਦਾ ਹੁਕਮ ਹੈ?
ਸਭ ਨੇ ਇੱਕ ਬਖਸ਼ਿਸ਼ ਕੀਤੀ। ਮਾਲਕ ਕਹਿੰਦੇ ਜੇ ਕੋਈ ਯਤਨ ਕਰੇ ਰੱਬ ਜੀ ਦੇ ਹੁਕਮ ਨੂੰ ਬਿਆਨ ਕਰਨ ਦਾ ਤੇ ਸਿੱਧੀ ਜੀ ਗੱਲ ਹੈ, ਹੁਕਮ ਨਾ ਕਹਿਆ ਜਾਈ। ਰੱਬ ਜੀ ਦੇ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਸਭ ਦੀ ਵਡਿਆਈ ਹੈ। ਜੇ ਸਾਹਿਬ ਸਾਨੂੰ ਸਮਝਾਉਣ, ਜੇ ਸਤਿਗੁਰੂ, ਕਿਉਂਕਿ ਹਰੇਕ ਦੇ ਸਮਝਣ ਦਾ ਇੱਕ ਲੈਵਲ ਹੈ ਨਾ। ਹੁਣ ਜੇ ਕੋਈ ਆ ਕੇ ਪਹਿਲੀ ਜਾਂ ਦੂਜੀ ਕਲਾਸ ਦਾ ਬੱਚਾ 10ਵੀਂ ਦੇ ਸਵਾਲ ਕਰੇ ਤੇ ਉਹਨੂੰ ਕੀ ਜਵਾਬ ਦਿੰਨੇ ਆ? ਅਕਸਰ ਇਹੀ ਜਵਾਬ ਦਿੱਤਾ ਜਾਂਦਾ ਹੈ, ਪੁੱਤਰ ਤੂੰ ਅਜੇ ਆਪਣਾ ਪੜ੍ਹ, ਇਹ ਤੇਰੇ ਵੱਸ ਤੋਂ ਬਾਹਰ ਦਾ ਹੈ। ਹੁਣ ਜਦੋਂ ਕੋਈ ਕਹੇ ਆ ਕੇ ਵੀ ਹੁਕਮ ਦੀ ਉਹ ਅਖੀਰਲੀ ਗੱਲ ਸਮਝਾ ਦੇਵੋ ਵੀ ਰੱਬ ਦਾ ਹੁਕਮ ਕਿਵੇਂ ਦਾ ਹੈ, ਰੱਬ ਦਾ ਹੁਕਮ ਕੀ ਹੈ, ਫਿਰ ਉਹਦੇ ਵਾਸਤੇ ਵੀ ਇਹੀ ਸਵਾਲ ਬਣਦਾ ਹੈ, ਜਵਾਬ ਬਣਦਾ ਹੈ ਵੀ ਭਲਿਆ ਪਹਿਲਾਂ ਜਿਹੜੀਆਂ ਮੁੱਢਲੀਆਂ ਗੱਲਾਂ ਨੇ ਉਹ ਸਮਝ, ਹੁਕਮ ਦਾ ਅੰਤ ਕੀ ਹੈ ਉਹ ਬਾਅਦ ਦੀ ਗੱਲ ਹੈ। ਤੇ ਸਾਹਿਬ ਨੇ ਬਖਸ਼ਿਸ਼ ਕੀਤੀ। ਮਾਲਕ ਕਹਿੰਦੇ ਉਹਦਾ ਹੁਕਮ ਬਿਆਨਿਆ ਨਹੀਂ ਜਾ ਸਕਦਾ, ਪਰ ਇਦਾਂ ਸਮਝ ਸਕਦੇ ਇਹਨੂੰ, ਹੁਕਮੀ ਹੋਵਨ ਆਕਾਰ। ਜਪਜੀ ਸਾਹਿਬ ਦੀ ਮੁਬਾਰਕ ਬਾਣੀ ਪੜ੍ਹਦੇ ਆ ਖਿਆਲ ਰੱਖਿਆ ਕਰੀਏ, ਅਸੀਂ ਅਕਸਰ ਹੀ ਇੱਥੇ ਪੜ੍ਹਦੇ ਆ ਹੋਇਆ ਹੁਕਮੀ ਹੋਵਨ ਆਕਾਰ ਪੜ੍ਹਦੇ ਆ, ਆਕਾਰ ਨਹੀਂ ਹੈ, ਭਾਵੇਂ ਕਿ ਅਰਥ ਉਹ ਹੀ ਨੇ, ਪਰ ਇਹਦਾ ਭਾਵ ਹੈ ਜੇ ਅਸੀਂ ਮਾਤਰਾਵਾਂ ਛੱਡ ਰਹੇ ਆ ਤੇ ਧਿਆਨ ਦੇ ਨਾਲ ਨਹੀਂ, ਕਾਹਲੀ ਦੇ ਵਿੱਚ ਅਣਗਹਿਲੀ ਕਰਦੇ ਆ, ਕਾਹਲੀ ਚ ਪੜ੍ਹਦੇ ਆ, ਧਿਆਨ ਸਾਡਾ ਨਹੀਂ ਹੈ। ਧਿਆਨ ਨਾਲ ਪੜਾਂਗੇ ਫਿਰ ਸਮਝ ਆਏਗੀ। ਹੁਕਮੀ ਹੋਵਨ ਆਕਾਰ। ਸਭ ਕਹਿੰਦੇ ਇੰਜ ਸਮਝ ਲੈ ਜਿੰਨੀ ਕਾਇਨਾਤ ਪੈਦਾ ਹੋ ਰਹੀ ਹੈ, ਜਿੰਨੇ ਆਕਾਰ ਤੈਨੂੰ ਨਜ਼ਰ ਹੀ ਆ ਰਹੇ ਨੇ, ਉਹ ਆਕਾਰ ਕਿਸੇ ਦਾ ਵੀ ਹੈ, ਸਾਡਾ ਆਕਾਰ ਹੈ, ਜਾਨਵਰਾਂ ਦਾ ਆਕਾਰ ਹੈ, ਪੰਛੀਆਂ ਦਾ ਆਕਾਰ ਹੈ, ਹੋਰ ਬ੍ਰਹਿਮੰਡ ਦੀਆਂ ਸਾਰੀਆਂ ਵਸਤਾਂ ਦਾ ਆਕਾਰ ਹੈ। ਸਭ ਕਹਿੰਦੇ ਇਹ ਆਕਾਰ ਕਿੱਦਾਂ ਪੈਦਾ ਹੋਇਆ? ਹੁਕਮੀ ਹੋਵਨ ਆਕਾਰ। ਉਸ ਮਾਲਕ ਦੇ ਹੁਕਮ ਦੇ ਵਿੱਚ ਇਹ ਆਕਾਰ ਬਣਿਆ ਹੈ, ਉਹਦੇ ਹੁਕਮ ਦੇ ਨਾਲ ਇਹ ਸਾਰਾ ਕੁਝ ਪੈਦਾ ਹੋਇਆ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ। ਸਭ ਕਹਿੰਦੇ ਇਹ ਜੀਵ ਪੈਦਾ ਹੁੰਦੇ ਨੇ ਉਸ ਮਾਲਕ ਦੇ ਹੁਕਮ ਦੇ ਨਾਲ, ਉਹਦੀ ਰਜ਼ਾ, ਉਹਦੀ ਬਖਸ਼ਿਸ਼ ਦੇ ਨਾਲ। ਉਹਦੇ ਹੁਕਮ ਤੋਂ ਬਿਨਾ ਜੀਵ ਪੈਦਾ ਨਹੀਂ ਹੋ ਸਕਦੇ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਤੇ ਉਹਦੀ ਬਖਸ਼ਿਸ਼ ਹੋਵੇ, ਉਹਦੀ ਦਇਆ ਹੋਵੇ, ਉਹਦਾ ਕਰਮ ਹੋਵੇ, ਤੇ ਸਭ ਕਹਿੰਦੇ ਫੇਰ ਜੀਵਾਂ ਨੂੰ ਵਡਿਆਈਆਂ ਮਿਲਦੀਆਂ ਨੇ, ਫਿਰ ਬਖਸ਼ਿਸ਼ਾਂ ਮਿਲਦੀਆਂ ਨੇ। ਉਹਦੀ ਦਇਆ ਤੋਂ ਬਿਨਾ ਵਡਿਆਈ ਵੀ ਨਹੀਂ ਮਿਲਦੀ, ਉਹਦੀ ਦਇਆ ਤੋਂ ਬਿਨਾ ਮਾਣ ਸਤਿਕਾਰ ਵੀ ਨਹੀਂ ਮਿਲਦਾ। ਉਹਦੀ ਰਜ਼ਾ ਹੋਵੇ, ਉਹਦੀ ਬਖਸ਼ਿਸ਼ ਹੋਵੇ, ਤੇ ਫਿਰ ਸਾਨੂੰ ਇਹ ਵਡਿਆਈਆਂ ਪ੍ਰਾਪਤ ਹੁੰਦੀਆਂ। ਤੇ ਸਭ ਕਹਿੰਦੇ ਇੱਥੇ ਹੀ ਨਹੀਂ, ਹੁਕਮੀ ਉੱਤਮ ਨੀਚ। ਸਭ ਦੇ ਹੁਕਮ ਦੇ ਵਿੱਚ ਚੰਗੇ ਤੇ ਮਾੜੇ ਵੀ ਨੇ, ਚੰਗੇ ਵੀ ਉਹਦੇ ਹੁਕਮ 'ਚ ਨੇ ਤੇ ਮਾੜੇ ਵੀ ਉਹਦੇ ਹੁਕਮ 'ਚ ਨੇ। ਹੁਕਮ ਲਿਖ ਦੁੱਖ ਸੁੱਖ ਪਾਈਐ। ਜੇ ਦੁੱਖ ਤੇ ਸੁੱਖ ਦੀ ਗੱਲ ਹੈ ਤੇ ਸਤਿਗੁਰੂ ਕਹਿੰਦੇ ਫਿਰ ਦੁੱਖ ਤੇ ਸੁੱਖ ਵੀ ਉਹਦੀ ਬਖਸ਼ਿਸ਼, ਉਹਦੇ ਹੁਕਮ ਦੇ ਵਿੱਚ ਹੀ ਸਾਨੂੰ ਪ੍ਰਾਪਤ ਹੁੰਦਾ ਹੈ। ਦੁੱਖ ਵੀ ਉਹਦੇ ਹੁਕਮ 'ਚ ਹੈ, ਹੁਕਮ ਦੇ ਨਾਲ ਹੀ ਦੁੱਖ ਮਿਲਦਾ ਹੈ ਸਾਨੂੰ। ਪਰ ਹੁਕਮ ਕਿਉਂ ਹੋਇਆ, ਉਹਦੇ ਜ਼ਿੰਮੇਵਾਰ ਅਸੀਂ ਹਾਂ। ਇਹਨੂੰ ਹੋਰ ਸੌਖਿਆਂ ਸਮਝ ਲਈਏ। ਜੱਜ ਨੇ ਕਿਸੇ ਨੂੰ ਸਜ਼ਾ ਦਿੱਤੀ ਹੈ, ਕਿ ਜੱਜ ਨੇ ਸਜ਼ਾ ਐਵੇਂ ਹੀ ਦੇ ਦਿੱਤੀ? ਕਸੂਰ ਜਿਸ ਮਨੁੱਖ ਨੇ ਕੀਤਾ ਫਿਰ ਉਹਨੂੰ ਸਜ਼ਾ ਮਿਲੀ ਹੈ। ਇਹਦਾ ਇੱਕੋ ਪੱਖ ਲੈਣਾ, ਦੂਜਾ ਪੱਖ ਨਹੀਂ ਵੀ ਰਿਸ਼ਵਤ ਲੈ ਕੇ ਜੱਜ ਇਦਾਂ ਵੀ ਕਰ ਦਿੰਦੇ। ਉਹ ਸੰਸਾਰ ਦੇ ਵਿੱਚ ਰਿਸ਼ਵਤਾਂ ਚੱਲਦੀਆਂ ਨੇ, ਪ੍ਰਮਾਤਮਾ ਦੀ ਦਰਗਾਹ ਤੇ ਰਿਸ਼ਵਤ ਨਹੀਂ ਚੱਲਦੀ, ਇੱਥੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲਦੀ। ਸਭ ਕਹਿੰਦੇ ਨੇ ਜਿੱਦਾਂ ਦਾ ਕਰੇਗਾ ਉਦਾਂ ਦੀ ਪ੍ਰਾਪਤੀ ਹੋਏਗੀ, ਜਿਵੇਂ ਦਾ ਬੀਜੇਗਾ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਇਸ ਖੇਤ ਸਰੀਰ ਦੇ ਨਾਲ ਸਭ ਕਹਿੰਦੇ ਜੋ ਬੀਜੇਗਾ ਵੱਢਣਾ ਉਹ ਪੈਣਾ ਏ।
ਫਿਰ ਸਜ਼ਾ ਵੀ ਉਦਾਂ ਦੀ ਹੀ ਮਿਲੇਗੀ। ਹੁਕਮ ਲਿਖ ਦੁੱਖ ਸੁਖ ਪਾਈਐ, ਇਕ ਨਾ ਹੁਕਮੀ ਬਖਸ਼ੀਸ਼। ਕਈਆਂ ਨੂੰ ਇੱਥੇ ਹੁਕਮ ਦੇ ਨਾਲ ਬਖਸ਼ਿਸ਼ਾਂ ਮਿਲਦੀਆਂ ਨੇ, ਬੜੀਆਂ ਰਹਿਮਤਾਂ, ਬੜੇ ਦਇਆ ਦੇ ਖਜ਼ਾਨੇ ਮਿਲਦੇ ਨੇ, ਬੜਾ ਕੁਝ ਸੰਸਾਰ ਦੇ ਅੰਦਰ ਪ੍ਰਾਪਤ ਹੁੰਦਾ ਹੈ। ਮਾਣ, ਆਦਰ, ਸਤਿਕਾਰ, ਵਡਿਆਈ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ। ਇੱਕ ਹੁਕਮੀ ਸਦਾ ਭਵਾਈਆ, ਇੱਕ ਨੂੰ ਬਖਸ਼ਿਸ਼ ਮਿਲ ਰਹੀ ਹੈ। ਸਭ ਕਹਿੰਦੇ ਇੱਥੇ ਬਹੁਤਿਆਂ ਨੂੰ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆ ਉਸ ਮਾਲਕ ਦੇ ਹੁਕਮ ਦੇ ਨਾਲ ਬਖਸ਼ਿਸ਼ਾਂ ਪ੍ਰਾਪਤ ਹੋ ਰਹੀਆਂ ਨੇ। ਤੇ ਦੂਜੇ ਪਾਸੇ ਉਹ ਵੀ ਨੇ ਜਿਹੜੇ ਹੁਕਮ ਦੇ ਵਿੱਚ ਭਟਕਦੇ ਨੇ, ਜਿਹੜੇ ਹੁਕਮ ਦੇ ਵਿੱਚ ਖੁਆਰ ਹੋ ਰਹੇ ਨੇ, ਜਿਹੜੇ ਹੁਕਮ ਦੇ ਵਿੱਚ ਖੱਜਲ ਹੁੰਦੇ ਪਏ ਨੇ। ਸਭ ਕਹਿੰਦੇ ਹੋ ਉਹ ਵੀ ਉਹਦੇ ਹੁਕਮ 'ਚ ਹੀ ਰਹੇ ਨੇ, ਸਾਰਾ ਕੁਝ ਉਹਦੇ ਹੁਕਮ ਦੇ ਅੰਦਰ ਹੀ ਚੱਲਦਾ ਹੈ, ਜਿੰਨਾ ਕੁਝ ਚੱਲ ਰਿਹਾ ਹੈ। ਜਦੋਂ ਇਹ ਗੱਲ ਆਵੇ ਨਾ ਵੀ ਸਾਰਾ ਕੁਝ ਰੱਬ ਜੀ ਦੇ ਹੁਕਮ 'ਚ ਹੀ ਚੱਲਦਾ ਹੈ, ਫਿਰ ਸ਼ਰਾਬੀ ਕਹਿੰਦਾ ਦੇਖੋ ਜੀ ਅਸੀਂ ਨਸ਼ਾ ਕਰਦੇ, ਸ਼ਰਾਬ ਪੀਂਦੇ ਆ ਤੇ ਵੀ ਤੇ ਰੱਬ ਦੇ ਹੁਕਮ 'ਚ ਹੀ ਪੀਂਦੇ ਆ। ਚੋਰ ਕਹਿੰਦਾ ਮੈਂ ਚੋਰੀ ਕਰ ਰਿਹਾ, ਇਹ ਵੀ ਤੇ ਰੱਬ ਦੇ ਹੁਕਮ 'ਚ ਹੀ ਕਰ ਰਿਹਾ। ਕਿਸੇ ਦਾ ਮਾੜਾ ਕਰਨ ਵਾਲਾ ਕਹਿੰਦਾ ਦੇਖੋ ਜੀ ਮੈਂ ਤਾਂ ਨਹੀਂ ਕਰ ਰਿਹਾ, ਤੇ ਰੱਬ ਦਾ ਹੁਕਮ ਹੈ, ਮੈਂ ਤੇ ਰੱਬ ਦੇ ਹੁਕਮ 'ਚ ਆ। ਤੁਸੀਂ ਆਪ ਹੀ ਤਾਂ ਕਹਿੰਦੇ ਹੋ ਵੀ ਹੁਕਮ ਦੇ ਅੰਦਰ ਸਭ ਕੁਝ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਵੀ ਸਾਰਾ ਕੁਝ ਉਹਦੇ ਹੁਕਮ 'ਚ ਹੀ ਹੈ ਤੇ ਅਸੀਂ ਆਪਣੀ ਮਰਜ਼ੀ ਤਾਂ ਕੀਤੀ ਨਹੀਂ ਹੈ। ਤੇ ਕਿਆ ਲੱਗਿਆ ਕਰੀਏ, ਫਿਰ ਗੱਲ ਇਹਨੂੰ ਇਦਾਂ ਵੀ ਕਰਕੇ ਦੇਖੀਏ, ਦੂਜਾ ਪੱਖ ਵੀ ਲੈ ਕੇ ਦੇਖੀਏ। ਫਿਰ ਜਦੋਂ ਸਜ਼ਾ ਮਿਲਦੀ ਹੈ, ਦੁੱਖ ਮਿਲਦੇ ਨੇ, ਫਿਰ ਰੱਬ ਨੂੰ ਉਲਾਂਭੇ ਕਿਉਂ ਦਿੰਨੇ ਆ? ਫਿਰ ਰੱਬਾ ਇਹ ਮਾੜਾ ਕਰ ਦਿੱਤਾ, ਇਦਾਂ ਨਹੀਂ ਸੀ ਕਰਨਾ ਚਾਹੀਦਾ। ਤੂੰ ਪਹਿਲਾਂ ਕਹਿਣਾ ਇਹ ਮਾੜੇ ਕਰਮ ਕਰਨ ਲੱਗਿਆ ਵੀ ਰੱਬ ਦੇ ਹੁਕਮ 'ਚ ਹੀ ਕਰ ਰਿਹਾ, ਤੇ ਫਿਰ ਹੁਣ ਇਹ ਵੀ ਕਹਿ ਵੀ ਇਹ ਦੁੱਖ ਵੀ ਆਇਆ ਏ ਤੇ ਰੱਬ ਦੇ ਹੁਕਮ 'ਚ ਹੀ ਆਇਆ ਹੈ, ਇਹ ਰੱਬ ਦੀ ਮਰਜ਼ੀ ਦੇ ਨਾਲ ਹੀ ਆਇਆ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਇਹਨੂੰ ਹੋਰ ਸੌਖਿਆਂ ਸਮਝ ਲਈਏ। ਅਸੀਂ ਘਰ ਦੇ ਵਿੱਚ ਕੁੱਤਾ ਰੱਖਿਆ ਹੈ, ਉਹਦੇ ਗਲ ਦੇ ਵਿੱਚ ਰੱਸੀ ਪਾ ਕੇ ਰੱਖਦੇ ਆ। ਸਾਡੀ ਮਰਜ਼ੀ ਆ ਵੀ ਉਹ ਉਸ ਰੱਸੀ ਦੇ ਵਿੱਚ, ਉਸ ਰੱਸੀ ਦੇ ਨਾਲ ਵੱਜ ਕੇ ਉਸ 2 ਮੀਟਰ 5 ਮੀਟਰ ਦੇ ਦਾਇਰੇ 'ਚ ਕਿੰਨਾ ਚਿਰ ਰਹੇਗਾ। ਸਾਡੀ ਮਰਜ਼ੀ ਆ। ਅਸੀਂ ਉਹਨੂੰ ਖੋਲਿਆ, ਬਾਹਰ ਲੈ ਗਏ ਘੁਮਾਉਣ ਵਾਸਤੇ। ਹੁਣ ਸਾਡੀ ਮਰਜ਼ੀ ਆ ਵੀ ਉਹਦੀ ਰੱਸੀ ਅਸੀਂ ਗਲ 'ਚੋਂ ਲਾਹ ਦਿੱਤੀ ਹੈ, ਉਹ ਪਾਰਕ 'ਚ ਘੁੰਮ ਰਿਹਾ। ਸਾਡੀ ਮਰਜ਼ੀ ਦੇ ਨਾਲ ਹੀ ਘੁੰਮ ਰਿਹਾ ਹੈ, ਆਪਣੀ ਮਰਜ਼ੀ ਨਹੀਂ ਕਰ ਰਿਹਾ। ਕਰ ਉਹ ਆਪਣੀ ਮਰਜ਼ੀ ਰਿਹਾ ਹੈ। ਸਾਡੀ ਮਰਜ਼ੀ ਦੇ ਨਾਲ ਘੁੰਮਦਿਆਂ ਹੋਇਆਂ ਜੇਕਰ ਉਹ ਗੰਦਗੀ ਦੇ ਵਿੱਚ ਜਾ ਕੇ ਮੂੰਹ ਮਾਰ ਦੇਵੇ, ਘੁੰਮ ਸਾਡੀ ਮਰਜ਼ੀ ਦੇ ਨਾਲ ਰਿਹਾ ਸੀ, ਪਰ ਉਹ ਮਰਜ਼ੀ ਦੇ ਨਾਲ ਘੁੰਮਦਿਆਂ ਹੋਇਆਂ ਉਹਨੇ ਗੰਦਗੀ 'ਚ ਮੂੰਹ ਮਾਰ ਦਿੱਤਾ, ਫਿਰ ਹੁਣ ਸਜ਼ਾ ਵੀ ਮਿਲਣੀ ਹੈ। ਉਹ ਸਜ਼ਾ ਦਾ ਹੱਕਦਾਰ ਹੈ, ਕਿਉਂਕਿ ਉਹ ਮਰਜ਼ੀ 'ਚ ਘੁੰਮ ਰਿਹਾ ਸੀ, ਪਰ ਉਹਨੂੰ ਗੰਦਗੀ 'ਚ ਮੂੰਹ ਮਾਰਨ ਲਈ ਕਿਸੇ ਨੇ ਕਿਹਾ। ਉਹ ਜਾਂਦੇ ਹੋਏ, ਲਾਗੋਂ ਲੰਘਦੇ ਹੋਏ ਕਿਸੇ ਦੂਜੇ ਨੂੰ ਵੱਢ ਦੇਵੇ। ਉਹ ਮਰਜ਼ੀ 'ਚ ਘੁੰਮ ਰਿਹਾ ਸੀ, ਪਰ ਵੱਢਣ ਦੀ ਉਹਨੂੰ ਕਿਸੇ ਨੇ ਕਿਹਾ ਨਹੀਂ ਸੀ, ਵੱਢਣ ਦਾ ਹੁਕਮ ਨਹੀਂ ਸੀ, ਪਰ ਉਹਨੇ ਵੱਢਿਆ ਏ। ਤੇ ਜਦੋਂ ਵੱਢੇਗਾ, ਹੁਕਮ 'ਚੋਂ ਬਾਹਰ ਆ ਗਿਆ ਏ। ਉਹਦੀ ਮਰਜ਼ੀ ਸਿਰਫ ਇੰਨੀ ਸੀ ਘੁੰਮਣ ਦੇ ਲਈ ਵੀ ਇਹ ਘੁੰਮ ਸਕਦਾ ਹੈ। ਘੁੰਮਣ ਦੀ ਮਰਜ਼ੀ ਸੀ, ਕਿਸੇ ਨੂੰ ਵੱਢਣ ਦਾ ਹੁਕਮ ਨਹੀਂ ਹੋਇਆ। ਸੰਸਾਰ ਦੇ ਅੰਦਰ ਅਸੀਂ ਵਿਚਰਦੇ ਹਾਂ ਰੱਬ ਜੀ ਦੀ ਮਰਜ਼ੀ 'ਚ, ਠੀਕ ਏਦਾਂ ਹੈ। ਸਾਨੂੰ ਘੁੰਮਣ ਦੀ ਆਜ਼ਾਦੀ ਹੈ, ਸਾਨੂੰ ਸੰਸਾਰ ਦੇ ਅੰਦਰ ਵਿਚਰਨ ਦੀ ਆਜ਼ਾਦੀ ਹੈ, ਪਰ ਨਾ ਗੰਦਗੀ 'ਚ ਮੂੰਹ ਮਾਰਨ ਦੀ ਆਜ਼ਾਦੀ ਹੈ ਤੇ ਨਾ ਕਿਸੇ ਨੂੰ ਵੱਢਣ ਦੀ ਆਜ਼ਾਦੀ ਹੈ। ਜਦੋਂ ਗੰਦਗੀ 'ਚ ਮੂੰਹ ਮਾਰਾਂਗੇ, ਕਿਸੇ ਦਾ ਮਾੜਾ ਕਰਾਂਗੇ, ਕਰਮ ਮਾੜੇ ਕਰਾਂਗੇ, ਫਿਰ ਉਹਦੀ ਸਜ਼ਾ ਸਾਨੂੰ ਬਣਦੀ ਮਿਲੇਗੀ। ਜਿਵੇਂ ਉਸ ਕੁੱਕਰ ਨੂੰ, ਅਸੀਂ ਕੁੱਤੇ ਨੂੰ ਅਸੀਂ ਸਜ਼ਾ ਦਿੰਦੇ ਹਾਂ, ਠੀਕ ਉਦਾਂ ਹੀ ਫਿਰ ਸਜ਼ਾ ਦੇ ਹੱਕਦਾਰ ਅਸੀਂ ਵੀ ਹੋ ਜਾਂਦੇ ਹਾਂ। ਰੱਬ ਜੀ ਦੀ ਮਰਜ਼ੀ ਦੇ ਅੰਦਰ ਹੈ, ਹੁਕਮ ਦੇ ਅੰਦਰ ਸਾਰਾ ਕੁਝ ਹੈ, ਪਰ ਹੁਕਮ ਦੇ ਅੰਦਰ ਹੋਣ ਦਾ ਭਾਵ ਇਹ ਨਹੀਂ ਹੈ ਵੀ ਅਸੀਂ ਜੋ ਮਰਜ਼ੀ ਕਰ ਸਕਦੇ। ਮਰਜ਼ੀ ਰੱਬ ਦੀ ਚੱਲਣੀ ਹੈ, ਸਾਡੀ ਮਰਜ਼ੀ ਨਹੀਂ ਹੈ।
ਅਸੀਂ ਆਪਣੀ ਮਰਜ਼ੀ ਦੇ ਨਾਲ ਜਦੋਂ ਮਾੜੇ ਕਰਮ ਕਰਦੇ ਹਾਂ ਤੇ ਫਿਰ ਸਾਹਿਬ ਕਹਿੰਦੇ ਨੇ ਸਜ਼ਾ ਵੀ ਤੈਨੂੰ ਮਿਲੇਗੀ। ਤਾਂ ਹੀ ਮਾਲਕ ਨੇ ਕਿਹਾ ਨਾ ਵੀ ਹੁਕਮ ਦੇ ਵਿੱਚ ਬਖਸ਼ਿਸ਼ਾਂ ਮਿਲਦੀਆਂ ਨੇ ਤੇ ਹੁਕਮ ਦੇ ਵਿੱਚ ਹੀ ਸਾਰਿਆਂ ਨੂੰ ਜਿਹੜੇ ਹੁਕਮ ਤੋਂ ਬਾਹਰੇ ਗਏ, ਮਰਜ਼ੀ ਰੱਬ ਜੀ ਤੋਂ ਬਾਹਰੇ ਗਏ, ਫਿਰ ਉਹਨਾਂ ਨੂੰ ਹੁਕਮ ਦੇ ਵਿੱਚ ਪੁਆਈਆ, ਫਿਰ ਪੁਆਏ ਵੀ ਜਾਂਦੇ ਨੇ, ਫਿਰ ਦੁੱਖ ਵੀ ਮਿਲਦਾ, ਸਜ਼ਾਵਾਂ ਵੀ ਮਿਲਦੀਆਂ ਨੇ। ਤਾਂ ਮਾਲਕ ਕਹਿੰਦੇ ਨੇ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ। ਸਭ ਕਹਿੰਦੇ ਨੇ ਜਿਹੜਾ ਹੁਕਮ ਨੂੰ ਬੁੱਝ ਲਵੇ, ਹੁਕਮ ਨੂੰ ਸਮਝ ਲਵੇ, ਫਿਰ ਉਹਦੇ ਅੰਦਰ ਹਉਮੈ ਨਹੀਂ ਆਵੇ। ਤਾਂ ਹਉਮੈ ਕਹੈ ਨਾ ਕੋਏ, ਫਿਰ ਉਹਨੂੰ ਕਦੇ ਉਹਦੇ ਅੰਦਰ ਹਉਮੈ ਨਹੀਂ ਆਵੇਗੀ, ਕਦੇ ਉਹਦੇ ਅੰਦਰ ਹੰਕਾਰ ਨਹੀਂ ਆਏਗਾ। ਹੰਕਾਰ ਆਉਂਦਾ ਹੀ ਉੱਥੇ ਹੈ ਜਿੱਥੇ ਹੁਕਮ ਤੋਂ ਬਾਹਰੇ। ਜਦੋਂ ਸਾਨੂੰ ਹੁਕਮ ਦੀ ਸਮਝ ਨਾ ਆਵੇ ਫਿਰ ਅਸੀਂ ਹੰਕਾਰੀ ਹੋ ਜਾਂਦੇ ਹਾਂ, ਤੇ ਹੰਕਾਰੀ ਮਨੁੱਖ ਦਾ ਸੁਭਾਅ ਹੈ, ਉਹਦੀ ਸ਼ਬਦਾਵਲੀ ਬਦਲ ਜਾਏਗੀ, ਉਹਦੇ ਬੋਲਣ ਦਾ ਢੰਗ ਬਦਲ ਜਾਏਗਾ, ਉਹਦੇ ਸ਼ਬਦ ਬੜੇ ਭੈੜੇ ਹੋ ਜਾਣਗੇ। ਜਿਹੜਾ ਹੰਕਾਰੀ ਹੈ ਉਹਦੀ ਚਾਲ ਦੱਸੇਗੀ ਵੀ ਇਹ ਹੰਕਾਰ ਦੇ ਵਿੱਚ ਹੈ। ਫਿਰ ਹੰਕਾਰੀ ਮਨੁੱਖ ਕ੍ਰੋਧੀ ਵੀ ਬਹੁਤ ਹੁੰਦਾ ਹੈ, ਗੁੱਸਾ ਬੜਾ ਆਉਂਦਾ ਹੈ ਹੰਕਾਰੀ, ਕਿਉਂਕਿ ਉਹਨੂੰ ਲੱਗਦਾ ਹੈ ਨਾ ਵੀ ਹੁਣ ਮੈਨੂੰ ਕੋਈ ਕਿੱਦਾਂ ਕੁਝ ਕਹਿ ਸਕਦਾ, ਮੇਰੇ ਕੋਲ ਤੇ ਆਹ ਹੈ, ਮੇਰੇ ਕੋਲ ਤੇ ਤਾਕਤ ਹੈ, ਮੇਰੇ ਕੋਲ ਤੇ ਗਿਆਨ ਹੈ। ਉਹਨੂੰ ਆਪਣੀਆਂ ਇਹਨਾਂ ਚੀਜ਼ਾਂ ਦਾ ਹੰਕਾਰ ਹੋ ਜਾਂਦਾ ਹੈ। ਤੇ ਸਭ ਕਹਿੰਦੇ ਫਿਰ ਹਉਮੈ ਦੇ ਕਰਕੇ ਉਹ ਦੁੱਖ ਪਾਲਦਾ, ਉਹਨੂੰ ਦੁੱਖ ਮਿਲਦੇ ਨੇ, ਉਹ ਹਮੇਸ਼ਾ ਦੁਖੀ ਰਹਿੰਦਾ ਹੈ। ਸਭ ਕਹਿੰਦੇ ਨੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸਾਂ ਇੱਕ ਠਾਏ। ਹਉਮੈ ਦਾ ਤੇ ਨਾਮ ਦਾ ਵਿਰੋਧ ਹੈ। ਜਿੱਥੇ ਹੰਕਾਰ ਹੈ ਉੱਥੇ ਰੱਬ ਦੀਆਂ ਬਖਸ਼ਿਸ਼ਾਂ ਨਹੀਂ। ਉਹ ਹੰਕਾਰ ਫਿਰ ਕਿਸੇ ਵੀ ਚੀਜ਼ ਦਾ ਹੋਵੇ, ਹੰਕਾਰ ਸਾਨੂੰ ਆਪਣੇ ਗਿਆਨ ਦਾ ਹੋਵੇ, ਹੰਕਾਰ ਆਪਣੇ ਸਰੀਰ ਦੀ ਸੁੰਦਰਤਾ ਦਾ ਹੋਵੇ, ਹੰਕਾਰ ਸਰੀਰ ਦੀ ਤਾਕਤ ਦਾ ਹੋਵੇ, ਉਹ ਹੰਕਾਰ ਸਾਨੂੰ ਸੰਸਾਰ ਦੇ ਸਟੇਟਸ ਦਾ ਹੋਵੇ, ਧਨ ਦਾ ਹੋਵੇ, ਆਪਣੀ ਲਿਆਕਤ ਦਾ ਹੋਵੇ, ਕਿਸੇ ਵੀ ਚੀਜ਼ ਦਾ ਹੰਕਾਰ ਹੈ। ਸਭ ਕਹਿੰਦੇ ਨੇ ਉਹ ਹੰਕਾਰ ਤੇਰਾ ਪ੍ਰਵਾਨ ਨਹੀਂ ਹੈ ਗੁਰੂ ਦੇ ਦਰ ਤੇ, ਕਿਉਂਕਿ ਹੰਕਾਰੀ ਦੁੱਖ ਨਹੀਂ, ਸਦੀ ਵੀ ਉਹ ਦੁਖੀ ਰਹਿੰਦਾ ਹੈ, ਉਹਨੂੰ ਸੁੱਖ ਨਹੀਂ ਮਿਲਦਾ। ਹੰਕਾਰੀ ਨੂੰ ਕਦੇ ਸੁੱਖ ਨਹੀਂ ਮਿਲਦਾ। ਸੁੱਖ ਸਿਰਫ ਉਹਨਾਂ ਦੇ ਕੋਲ ਹੈ ਜਿਨ੍ਹਾਂ ਨੇ ਹੁਕਮ ਨੂੰ ਸਮਝਿਆ ਤੇ ਮੰਨਿਆ ਹੈ। ਤਾਂ ਸਭ ਕਹਿੰਦੇ ਨੇ ਜਿਨ੍ਹਾਂ ਨੇ ਸਮਝ ਲਿਆ ਨਾ, ਉਹਨਾਂ ਦੇ ਅੰਦਰ ਫਿਰ ਹਉਮੈ ਨਹੀਂ ਹੈ। ਹਉਮੈ ਉਹਨਾਂ ਦੇ ਅੰਦਰ ਹੈ। ਦੇਖੋ ਸਭ ਨੇ ਹੁਕਮ ਸਾਨੂੰ ਸਮਝਾ ਦਿੱਤਾ ਵੀ ਹੁਕਮ ਕੀ ਹੈ, ਸਭ ਨੇ ਸਾਨੂੰ ਸਮਝਾ ਦਿੱਤਾ, ਪਰ ਨਾਲ ਇੱਕ ਗੱਲ ਕਹਿ ਦਿੱਤੀ, ਹੁਕਮ ਨਾ ਕਹਿਆ ਜਾਏ। ਹੁਕਮ ਨੂੰ ਸਮਝਾ ਵੀ ਰਹੇ ਨੇ ਸਾਹਿਬ, ਪਰ ਨਾਲ ਇਹ ਕਹੀ ਜਾਂਦੇ ਦੇਖੋ ਜੀ ਇਹ ਦੱਸਿਆ ਨਹੀਂ ਜਾ ਸਕਦਾ, ਇਹ ਕਿਸੇ ਦੇ ਵੱਸ ਦੀ ਨਹੀਂ ਹੈ ਸਮਝਾਉਣਾ। ਜਦੋਂ ਨਿਮਰਤਾ ਦੀ ਗੱਲ ਆਵੇ ਤੇ ਗੁਰੂ ਅਰਜਨ ਪਾਤਸ਼ਾਹ ਦਾ ਜੀਵਨ ਦੇਖੀਏ, ਹੁਕਮ ਨੂੰ ਸਮਝਣ ਦੀ ਗੱਲ ਆਵੇ ਤੇ ਜਦੋਂ ਇਹ ਗੱਲ ਸਾਹਿਬ ਕਹਿ ਦਿੰਦੇ ਨੇ, ਇੱਕ ਖਜ਼ਾਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਦੇ ਕਰਕੇ ਜਦੋਂ ਸੰਪਾਦਨਾ ਸੰਪੂਰਨ ਹੁੰਦੀ ਹੈ ਤੇ ਅੰਤ ਦੇ ਵਿੱਚ ਸਭ ਕਹਿੰਦੇ ਨੇ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਸਹਿਬ ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਮਾਲਕ ਜੀ ਮੇਰੇ ਕੋਲ ਤਾਂ ਗੁਣੀ ਕੋਈ ਨਹੀਂ ਹੈ। ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਨੇ ਜਿਨ੍ਹਾਂ ਵਾਸਤੇ ਭੱਟ ਸਾਹਿਬ ਕਹਿੰਦੇ ਨੇ ਧਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਪਾਤਸ਼ਾਹ ਪ੍ਰਤੱਖ ਹਰ ਨੇ। ਉਹ ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਨੇ ਮੇਰੇ ਕੋਲ ਕੋਈ ਗੁਣ ਨਹੀਂ ਹੈ। ਸਭ ਕਹਿੰਦੇ ਨੇ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਰੱਬੀ ਬਾਣੀ ਦੇ ਬੋਲ ਨੇ। ਭੱਟ ਸਾਹਿਬ ਕਹਿੰਦੇ ਨੇ ਸਾਡੇ ਕੋਲ ਕੋਈ ਗੁਣ ਨਹੀਂ ਹੈ, ਸਿਰਫ ਔਗੁਣਾਂ ਦੇ ਭਰੇ ਹੋਏ ਆ। ਸਾਹਿਬ ਦਾ ਬਚਨ ਪੜ੍ਹੀਏ, ਮਾਲਕ ਕਹਿੰਦੇ ਨੇ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ।
ਸਾਹਿਬ ਜੀ ਜਿੰਨਾ ਸਮੁੰਦਰ ਦੇ ਅੰਦਰ ਪਾਣੀ ਹੈ ਉਹਨੇ ਔਗਣ ਸਾਡੇ ਅੰਦਰ ਨੇ, ਉਹਨੇ ਔਗਣ ਨੇ ਸਾਡੇ ਅੰਦਰ। ਇਹ ਸਤਿਗੁਰੂ ਦੀ ਨਿਮਰਤਾ ਹੈ। ਜਪਜੀ ਸਾਹਿਬ ਦੀ ਮੁਬਾਰਕ ਬਾਣੀ ਪੜ੍ਹਦੇ ਜਦੋਂ ਤੇ ਸਾਹਿਬ ਕਹਿੰਦੇ ਨੇ ਨਾਨਕ ਨੀਚ ਕਹੈ ਵਿਚਾਰ। ਸਭ ਆਪਣੇ ਆਪ ਨੂੰ ਨੀਚ ਕਹਿ ਰਹੇ ਨੇ, ਨੀਵਾਂ ਕਹਿ ਰਹੇ ਨੇ। ਉਹ ਮਾਲਕ ਜਿਹੜੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਜਿਹੜੇ ਆਪ ਨਾਰਾਇਣ ਦਾ ਰੂਪ ਨੇ, ਰੱਬ ਜੀ ਦਾ ਰੂਪ ਨੇ, ਉਹ ਕਹਿ ਰਹੇ ਨੇ ਨਾਨਕ ਨੀਚ। ਇਹ ਹੈ ਨਿਮਰਤਾ। ਜਿੱਦਣ ਸਾਡੇ ਅੰਦਰ ਇਹ ਨਿਮਰਤਾ ਆ ਗਈ, ਜਿੱਦਣ ਅਸੀਂ ਹਉਮੈ ਨੂੰ ਛੱਡ ਦਿੱਤਾ, ਸਭ ਕਹਿੰਦੇ ਫਿਰ ਬਖਸ਼ਿਸ਼ਾਂ ਹੋਣਗੀਆਂ, ਫਿਰ ਦਇਆ ਤੇਰੇ ਉੱਤੇ ਹੋਏਗੀ। ਜਿੱਥੇ ਦਇਆ ਹੈ ਉੱਥੇ ਹੀ ਸਹਿਬ ਦੀਆਂ ਬਖਸ਼ਿਸ਼ਾਂ ਨੇ, ਤੇ ਜਿੱਥੇ ਹਉਮੈ ਹੈ, ਜਿੱਥੇ ਆਪਣੇ ਆਪ ਨੂੰ ਵੱਡੇ ਹੋਣ ਦੀ ਗੱਲ ਹੈ, ਜਿੱਥੇ ਆਪਣੇ ਆਪ ਦੀਆਂ ਚਤੁਰਾਈਆਂ ਦੀ ਗੱਲ ਹੈ, ਸਤਿਗੁਰੂ ਕਹਿੰਦੇ ਉੱਥੇ ਫਿਰ ਸੁੱਖ ਕਿੱਥੇ ਆ? ਉੱਥੇ ਸੁੱਖ ਨਹੀਂ ਹੋ ਸਕਦਾ। ਜਿਹਨੂੰ ਹੁਕਮ ਦੀ ਸਮਝ ਆਈ ਹੈ, ਸਭ ਕਹਿੰਦੇ ਫਿਰ ਉਹਨੂੰ ਸਮਝ ਆ ਗਿਆ ਨਾ। ਹੁਣ ਸਾਨੂੰ ਸਮਝ ਕਿਉਂ ਨਹੀਂ ਆ ਰਿਹਾ? ਮੁਸ਼ਕਲ ਹੈ, ਅਸੀਂ ਆਪਣੀ ਸਿਆਣਪ ਦੇ ਨਾਲ ਸਮਝਣਾ ਚਾਹੁੰਦੇ ਹਾਂ। ਮਾਲਕ ਕਹਿੰਦੇ ਫਿਰ ਤੈਨੂੰ ਸਮਝ ਆ ਜਾਏਗਾ ਨਾ ਵੀ ਇਹ ਸਰੀਰ ਹੈ ਹੀ ਕਿੰਨੀ ਕੁ ਖੇਡ ਹੈ ਕਿ ਸਰੀਰ ਦਾ ਹੰਕਾਰ ਕਰ ਰਿਹਾ। ਸਭ ਕਹਿੰਦੇ ਕਿਸ ਚੀਜ਼ ਦਾ ਹੰਕਾਰ ਕਰ ਰਿਹਾ ਹੈ? ਚਲਤ ਕਤ ਟੇਢੇ ਟੇਢੇ ਟੇਢੇ, ਅਸਤ ਚਰਮ ਵਿਸ਼ਟਾ ਕੇ ਮੁੰਡੇ, ਦੁਰਗੰਧ ਹੀ ਕੇ ਬੇਟੇ। ਇਸ ਸਰੀਰ ਦਾ ਹੰਕਾਰ ਕਰ ਰਿਹਾ ਹੈ ਜਿਹਦੇ ਚ ਕੀ ਹੈ? ਅਸਥੀਆਂ, ਹੱਡੀਆਂ ਨੇ, ਚੰਮ ਹੈ, ਗੰਦਗੀ ਹੈ। ਇਹ ਸਰੀਰ ਦਾ ਹੰਕਾਰ ਕਰਦਾ ਹੈ। ਜਿੱਦਣ ਹੁਕਮ ਸਮਝ ਆ ਗਿਆ ਫਿਰ ਸਰੀਰ ਦਾ ਹੰਕਾਰ ਨਹੀਂ ਨਾ ਹੋਏਗਾ। ਜਿੱਦਣ ਗੁਰੂ ਦੇ ਬਚਨ ਦੀ ਸਮਝ ਆ ਗਈ ਫਿਰ ਗਿਆਨ ਦਾ ਹੰਕਾਰ ਨਹੀਂ ਹੋਏਗਾ ਕਿ ਸਤਿਗੁਰੂ ਜੀ ਇਹ ਗਿਆਨ, ਇਹ ਸੁਰਤ, ਇਹ ਦਿਮਾਗ ਤੁਸੀਂ ਦਿੱਤਾ ਹੈ, ਤੁਸੀਂ ਚਾਹੋ ਤੇ ਲੈ ਸਕਦੇ ਹੋ। ਤੁਸੀਂ ਇਹ ਧਨ ਦੌਲਤ ਦਿੱਤਾ ਹੈ, ਜਿਸ ਦਿਨ ਤੁਹਾਡੀ ਮਰਜ਼ੀ ਹੋਏਗੀ ਇਹ ਸਾਰਾ ਕੁਝ ਚਲਾ ਜਾਣਾ ਹੈ। ਫਿਰ ਹਉਮੈ ਕਿਹੜੀ ਗੱਲ ਦੀ? ਹੰਕਾਰ ਕਿਸ ਗੱਲ ਦਾ? ਸਮਝ ਆਏਗੀ ਨਾ। ਕਦੇ ਇਸ ਸੰਸਾਰ ਦੇ ਉੱਤੇ ਵੱਡੇ ਵੱਡੇ ਧਰਮੀ ਹੋਣ ਦਾ ਦਾਅਵਾ ਕਰਨ ਵਾਲੇ ਖੁਆਰ ਹੋ ਕੇ ਚਲੇ ਗਏ, ਕਿਉਂਕਿ ਉਹਨਾਂ ਨੂੰ ਧਰਮੀ ਹੋਣ ਦਾ ਹੰਕਾਰ ਸੀ। ਵੱਡੇ ਵੱਡੇ ਗਿਆਨੀ ਖੁਆਰ ਹੋ ਕੇ ਚਲੇ ਗਏ, ਗਿਆਨ ਹੋਣ ਦਾ ਹੰਕਾਰ ਸੀ। ਵੱਡੇ ਵੱਡੇ ਧਨ ਦੌਲਤ ਵਾਲੇ ਸਭ ਕਹਿੰਦੇ ਨੇ ਕਿੰਨੇ ਕੁ ਵੱਡੇ, 12 ਜੋਜਨ ਛਤਰ ਚਲੈ ਥਾ ਦੇਹੀ ਗਿਰਜਨ ਖਾਈ। 12 ਜੋਜਨ ਤੱਕ ਜਿਨ੍ਹਾਂ ਦਾ ਰਾਜ ਚੱਲਦਾ ਸੀ, ਹੁਕਮ ਚੱਲਦਾ ਸੀ, ਉਹਨਾਂ ਨੂੰ ਕੋਈ ਅਖੀਰ ਵੇਲੇ ਸਾਂਭਣ ਵਾਲਾ ਨਾ ਮਿਲਿਆ। ਉਹਨਾਂ ਦੇ ਸਰੀਰ ਜਾਨਵਰਾਂ ਨੇ ਖਾ ਲਏ। ਜਿਨ੍ਹਾਂ ਦਾ ਕਦੇ ਚੱਲਦਾ ਸੀ 12 ਜੋਜਨ ਤੱਕ ਹੁਕਮ, ਸਭ ਕਹਿੰਦੇ ਸਰੀਰ ਸਾਂਭਣ ਵਾਲਾ ਕੋਈ ਨਾ ਮਿਲਿਆ। ਸੱਜਣਾ ਤੂੰ ਕਿਸ ਗੱਲ ਦਾ ਹੰਕਾਰ ਕਰਦਾ ਹੈ? ਕਿਸ ਗੱਲ ਦੀ ਹਉਮੈ ਹੈ? ਕਾਹਦਾ ਹੰਕਾਰ ਕਰਦਾ ਹੈ? ਵੱਡੇ ਘਰ ਦੀ ਗੱਲ ਕਰਦਾ ਹੈ, ਧਨ ਦੌਲਤ ਦੀ ਗੱਲ ਕਰਦਾ ਹੈ। ਤੇ ਸਭ ਕਹਿੰਦੇ ਕਦੇ ਰਾਵਣ ਨੂੰ ਦੇਖ ਲਵੀਂ, ਰਾਵਣ ਦੇ ਜੀਵਨ ਦੇ ਅੰਦਰ ਘਰ ਕਿੱਡਾ ਸੋਹਣਾ ਹੈ, ਉਹਦੇ ਕੋਲ ਧਨ ਦੌਲਤ ਕਿੰਨਾ ਹੈ। ਸਭ ਕਹਿੰਦੇ ਉਹ ਕੀ ਲੈ ਗਿਆ? ਕਹਾ ਭਇਓ ਦਰ ਬਾਂਧੇ ਹਾਥੀ, ਖਿਨ ਮਹਿ ਭਈ ਪਰਾਈ। ਕਿੱਥੇ ਕਿੱਥੇ ਚਲਾ ਗਿਆ ਸਾਰਾ ਕੁਝ? ਇਸ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਸੰਸਾਰ ਦੇ ਪਦਾਰਥਾਂ ਦੀ ਹਉਮੈ ਸਭ ਕਹਿੰਦੇ ਕਿਸੇ ਲੇਖੇ ਨਹੀਂ ਹੈ, ਕਿਉਂਕਿ ਇਹ ਸਾਰਾ ਕੁਝ ਨਾਸ਼ਵੰਤ ਹੈ। ਜਦੋਂ ਸਾਰਾ ਕੁਝ ਨਾਸ਼ਵੰਤ ਹੈ ਤੇ ਨਾਸ਼ ਹੋਣ ਵਾਲੀਆਂ ਚੀਜ਼ਾਂ ਦਾ ਹੰਕਾਰ ਕਰਨਾ ਸ਼ੋਭਦਾ ਨਹੀਂ। ਇਸ ਕਰਕੇ ਹੁਕਮ ਨੂੰ ਸਮਝ, ਹੁਕਮ ਨੂੰ ਬੁੱਝ। ਜਿਸ ਦਿਨ ਹੁਕਮ ਬੁੱਝ ਲਵੇਂਗਾ, ਹੁਕਮ ਦੀ ਸਮਝ ਆ ਜਾਏਗੀ ਵੀ ਸਾਹਿਬ ਜੀ ਇਸ ਸਾਰੇ ਪਸਾਰੇ ਦਾ ਅੰਤ ਹੋ ਜਾਣਾ ਹੈ, ਮੇਰੇ ਸਰੀਰ ਦਾ ਅੰਤ ਹੋ ਜਾਣਾ ਹੈ। ਜਿਸ ਪਰਿਵਾਰ ਦੇ ਕਰਕੇ ਹਉਮੈ ਚੁੱਕੀ ਫਿਰਦਾ, ਇਹ ਪਰਿਵਾਰ ਦਾ ਅੰਤ ਹੋ ਜਾਣਾ ਹੈ। ਜਿਸ ਧਨ ਦੌਲਤ ਦਾ ਹੰਕਾਰ ਚੁੱਕੀ ਫਿਰਦਾ, ਇਹ ਧਨ ਦੌਲਤ ਖੁਆਰ ਹੋ ਜਾਣਾ ਹੈ। ਵੱਡੇ ਵੱਡੇ ਗਿਆਨ ਵਾਲੇ ਜਦੋਂ ਹਉਮੈ ਚ ਆਏ, ਪਤਾ ਨਹੀਂ ਲੱਗਾ ਸੁਰਤ ਕਿਸ ਵਕਤ ਮੋੜ ਖਾ ਗਈ। ਉਹ ਕਮਲਿਆਂ ਦੇ ਵਾਂਗ ਗਲੀਆਂ ਚ ਰੁਲਦੇ ਫਿਰਦੇ ਵੇਖੇ। ਵੱਡੇ ਹੰਕਾਰ ਵਾਲੇ, ਵੱਡੇ ਵੱਡੇ ਗਿਆਨ ਵਾਲੇ, ਵੱਡੀਆਂ ਵੱਡੀਆਂ ਡਿਗਰੀਆਂ ਵਾਲੇ ਗਲੀਆਂ 'ਚ ਤੁਰੇ ਫਿਰਦੇ ਦੇਖੇ ਨੇ ਕਮਲਿਆਂ ਦੇ ਵਾਂਗ। ਸਭ ਕਹਿੰਦੇ ਇਸ ਕਰਕੇ ਮਾਣ ਨਾ ਕਰਿਆ ਕਰ, ਨਿਮਰਤਾ 'ਚ ਰਿਹਾ ਕਰ, ਨੀਵਾਂ ਹੋ ਕੇ ਰਿਹਾ ਕਰ ਤੇ ਕਿਹਾ ਕਰ ਸਾਹਿਬ ਨੂੰ, ਸਤਿਗੁਰੂ ਜੀ ਤੁਸੀਂ ਕਿਰਪਾ ਕਰੋ।
ਅਸੀਂ ਖੱਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈ, ਹਉ ਪਾਪੀ ਵੱਡ ਗੁਨਾਹਗਾਰ। ਸਾਹਿਬ ਜੀ ਵੱਡੇ ਗੁਨਾਹਗਾਰ ਹਾਂ ਅਸੀਂ, ਤੁਸੀਂ ਕਿਰਪਾ ਕਰੋ, ਆਪ ਬਖਸ਼ ਲਵੋ। ਜੇ ਤੁਸੀਂ ਬਖਸ਼ ਲਵੋ ਤੇ ਸਾਡੇ ਅੰਦਰ ਦੀ ਇਹ ਹਉਮੈ ਵੀ ਚਲੀ ਜਾਏਗੀ। ਤੁਸੀਂ ਬਖਸ਼ ਲਵੋ ਤੇ ਸਾਡੇ ਅੰਦਰ ਦਾ ਇਹ ਸਾਰਾ ਰੌਲਾ ਖਤਮ ਹੋ ਜਾਏਗਾ। ਸਭ ਕਿਰਪਾਲੂ ਦਇਆ ਕਰਨ, ਬਖਸ਼ਿਸ਼ਾਂ ਕਰਨ, ਵਿਚਾਰਾਂ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਸਭਨਾਂ ਦਾ ਧੰਨਵਾਦ। ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।